ਓਕੇ, ਆਪਣੀ ਸੇਮ ਕੰਪਨੀ ਓਪਨ ਹੋ ਗਈ ਜਿੰਦੇ 'ਚ ਆਪਾਂ ਲਾਸਟ ਟਾਈਮ ਕਰ ਰਹੇ ਸੀਗੇ। ਠੀਕ ਹੈ ਜੀ। ਲਾਸਟ ਟਾਈਮ ਆਪਾਂ ਡਿਸਕਸ ਕੀਤਾ ਸੀਗਾ ਪੇਬਲਸ ਦੇ ਵਿੱਚ ਜਾ ਕੇ, ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਗਏ ਸੀ ਪਰਚੇਜ਼ ਇਨਵੋਇਸਿਸ ਤੇ। ਹਾਂਜੀ। ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾਣਾ ਵੀ ਇੱਕ ਚੈੱਕ ਕਿੱਦਾਂ ਦਾ ਹੁੰਦਾ। ਇਹ ਸਿਰਫ ਇੱਕ ਸੈਂਪਲ ਹੈਗਾ। ਤਾਂ ਨਾਰਮਲ ਚੈੱਕ ਜੇ ਤੁਸੀਂ ਆ ਬੈਂਕ ਆਫ ਕੈਨੇਡਾ ਦਾ, ਜੇ TD ਦਾ ਵੀ ਆਲਮੋਸਟ ਸਿਮਿਲਰ ਲੱਗਦਾ। ਇਹ ਚੈੱਕ ਦੀ ਇਮੇजेस ਬੈਂਕ ਸਟੇਟਮੈਂਟ ਦੇ ਵਿੱਚ ਪ੍ਰਿੰਟਡ ਹੁੰਦੀਆਂ। ਤਾਂ ਨਾਰਮਲੀ ਜਦੋਂ ਆਪਾਂ ਅਕਾਊਂਟਿੰਗ ਪਰਪਸ ਲਈ ਰਿਕਾਰਡ ਕਰਨਾ, ਮੈਂ ਪਰਸਨਲੀ ਕੀ ਕਰਦਾ, ਐਕਸਪੈਂਸਿਸ ਇੱਕ ਸਾਈਡ ਤੇ ਰਿਕਾਰਡ ਕਰਦਾ ਤੇ ਜਿਹੜੀ ਚੈੱਕ ਦੀ ਪੇਮੈਂਟਸ ਹੁੰਦੀਆਂ ਉਹ ਪਰ ਚੈੱਕ ਰਿਕਾਰਡ ਕਰਦਾ, ਤਾਂ ਕਿ ਆਪਣੇ ਲਈ ਈਜ਼ੀ ਰਹਿੰਦਾ ਰਿਕਾਰਡ ਕਰਨਾ। ਤੇ ਜਦੋਂ ਆਪਣੀ ਸਟੇਟਮੈਂਟ ਡਿਸਪਲੇ ਹੁੰਦੀ ਹੈ, ਆਪਾਂ ਟ੍ਰਾਂਜੈਕਸ਼ਨ ਬਾਈ ਅਕਾਊਂਟ ਪੁੱਲ ਕਰਦੇ ਹੈਗੇ ਆ, ਆਪਾਂ ਨੂੰ ਬਹੁਤ ਜ਼ਿਆਦਾ ਆਰਗੇਨਾਈਜ਼ਡ ਵੇ ਨਾਲ ਦਿਖਦਾ। ਓਕੇ। ਹਾਂਜੀ, ਹੁਣ ਮੈਂ ਇਹਨੂੰ ਥੋੜਾ ਜਿਹਾ ਮਿਨੀਮਾਈਜ਼ ਕਰਦਾ ਤੇ ਓਕੇ। तो चेक रिकॉर्ड करने ਲਈ ਆਪਾਂ ਸੇਮ ਜਨਰਲ 'ਚ ਜਾਣਾ, ਵਿਚ ਇਜ਼ ਪਰਚੇਜ਼ ਇਨਵੋਇਸ ਜਨਰਲ। ਤਾਂ ਲਾਸਟ ਟਾਈਮ ਜਦੋਂ ਆਪਾਂ ਕੈਸ਼ ਦੀ ਪੇਮੈਂਟਸ ਰਿਕਾਰਡ ਕੀਤੀਆਂ ਸੀ, ਉਦੋਂ ਆਪਾਂ ਪੇਮੈਂਟ ਮੈਥਡ ਇੱਥੇ ਕੈਸ਼ ਚੂਜ਼ ਕੀਤਾ ਸੀ। ਇਹਦੇ 'ਚ ਬਹੁਤ ਸਿੰਪਲ ਹੈਗਾ, ਆਪਾਂ ਕੈਸ਼ ਦੀ ਜਗ੍ਹਾ ਚੈੱਕ ਚੂਜ਼ ਕਰਨਾ। ਚੈੱਕ ਤੇ ਕਲਿੱਕ ਕਰਕੇ ਆਪਾਂ ਇਹਨੂੰ ਪਿਨ ਪੁਆਇੰਟ ਕਰ ਦੇਣਾ। ਤੇ ਆਫ ਕੋਰਸ ਆਪਣਾ ਜਦੋਂ ਬੈਂਕ ਤੋਂ ਨਿਕਲ ਰਹੀ ਹੈ ਤਾਂ ਚੈਕਿੰਗ ਅਕਾਊਂਟ ਤੋਂ ਨਿਕਲੂਗੀ। ਜੇ ਕਿਸੇ ਕੰਪਨੀ ਦੇ 2 ਬੈਂਕ ਅਕਾਊਂਟਸ ਹੈਗੇ ਆ ਤਾਂ ਇਧਰੋਂ ਆਪਾਂ 2 ਬੈਂਕ ਅਕਾਊਂਟ ਸੈਟਅਪ ਕਰ ਸਕਦੇ ਹਾਂ, ਜਿਵੇਂ ਸੇਵਿੰਗ, ਚੈਕਿੰਗ। ਜੇ ਕੰਪਨੀ ਦੇ 3 ਹੁੰਦੇ ਆ ਤਾਂ ਆਪਾਂ 3 ਕਰ ਸਕਦੇ ਹਾਂ। ਲਾਈਕਵਾਈਜ਼ ਮਤਲਬ ਜਿੰਨੇ ਕੰਪਨੀ ਦੇ ਬੈਂਕ ਅਕਾਊਂਟਸ ਰਿਕੁਆਇਰਡ ਹੈਗੇ ਉਹਨੇ ਬਣਾ ਸਕਦੇ ਹਾਂ ਆਪਾਂ। ਓਕੇ। ਹੁਣ ਆਹ ਆ ਗਿਆ ਆਪਣਾ ਜਰਨਲ ਤੇ ਆ ਰਹੀ ਆਪਣੀ ਚੈੱਕ। ਹੁਣ ਜੇ ਤੁਸੀਂ ਇਹ ਦੇਖੋਗੇ, ਇਹਦੇ ਵਿੱਚ 5-6 ਚੀਜ਼ਾਂ ਹਾਈਲਾਈਟਡ ਹੈ। ਇਹ ਪਰਸਨਲ ਐਡਰੈਸ ਹੈ, ਉਹਨਾਂ ਨੇ ਬ੍ਰਾਂਚ ਐਡਰੈਸ, ਟ੍ਰਾਂਜ਼ਿਟ ਨੰਬਰ, ਇਹ ਸਾਰੀ ਚੀਜ਼ਾਂ ਹਾਈਲਾਈਟ ਕੀਤੀਆਂ ਹੋਈਆਂ। ਇਹ ਬੈਂਕ ਨੇ ਕੀਤੀਆਂ ਤਾਂ ਵੀ ਇਹ ਡਿਪੋਜ਼ਿਟ ਕਰਨ ਦੇ ਪਰਪਸ ਲਈ ਹੈ, ਬਟ ਜਦੋਂ ਆਪਾਂ ਇਹਨੂੰ ਰਿਕਾਰਡ ਕਰਨਾ, ਆਪਾਂ ਇਹ ਸਾਰੀ ਚੀਜ਼ਾਂ ਨਹੀਂ ਦੇਖਣੀਆਂ। ਆਪਾਂ ਇੱਥੇ ਐਗਜ਼ਾਮਪਲ ਦੇ ਤੌਰ ਤੇ ਆਪਾਂ ਮੰਨ ਲੈਂਦੇ ਹਾਂ, ਜਿਹੜੀ ਆਪਣੀ ਕਲੀਨਿੰਗ ਦੀ ਕੰਪਨੀ ਹੈਗੀ ਜਿਹਨਾਂ ਦਾ ਨਾਮ ਆਪਾਂ ਬੈਸਟ ਬਾਏ ਰੱਖਿਆ, ਉਹਨੇ ਇੱਕ ਸ਼ੇਰਵੇ ਵਿਲੀਅਮਸ ਕੰਪਨੀ ਨੂੰ ਇਨਵੋਇਸ ਦਿੱਤਾ ਸਪਲਾਈਜ਼ ਖਰੀਦਣ ਲਈ। ਤਾਂ ਹੁਣ ਉਹਨੂੰ ਆਪਾਂ ਇੱਦਾਂ ਰਿਕਾਰਡ ਕਰਾਂਗੇ, ਆਪਾਂ ਚੈੱਕ ਨੰਬਰ ਤੇ ਜਾਵਾਂਗੇ। ਚੈੱਕ ਨੰਬਰ ਆਪਾਂ ਆ ਤੁਸੀਂ ਦੇਖ ਰਹੇ ਹੋ ਉੱਥੇ 176 ਲਿਖਿਆ। ਇਹ 176 ਇੱਥੇ ਐਂਟਰ ਕਰਾਂਗੇ। ਇਨਵੋਇਸ ਨੰਬਰ, ਹੁਣ ਨਾਰਮਲੀ ਚੈੱਕ ਲਈ ਮੈਂ ਇਨਵੋਇਸ ਨੰਬਰ ਉਹਦੇ ਮੰਥ ਦਾ ਐਂਟਰ ਕਰ ਦਿੰਦਾ। ਫੋਰ ਐਗਜ਼ਾਮਪਲ ਜੇ ਆਪਾਂ ਲਗਾਈਏ ਇਹ ਚੈੱਕ ਨਿਕਲਿਆ ਮਈ ਮੰਥ ਦੇ ਵਿੱਚ, ਤਾਂ ਮੈਂ ਮਈ ਇੱਥੇ ਪਾ ਦੂੰਗਾ, ਨਾਲ ਸਿਰਫ ਇਹ ਐਂਟਰ ਕਰੂੰਗਾ ਵੀ ਮਈ 5 ਨੂੰ ਨਿਕਲਿਆ। ਫੋਰ ਐਗਜ਼ਾਮਪਲ ਮਈ 05। ਡੇਟ ਮੈਂ ਪਾਣਾ ਮੰਥ ਦੇ ਐਂਡ ਦੀ, ਤਾਂ ਕਿ ਜਦੋਂ ਆਪਾਂ ਮੰਥਲੀ ਰਿਪੋਰਟ ਪੁੱਲ ਕਰਾਂਗੇ ਆਪਾਂ ਨੂੰ ਸਾਰੇ ਚੈੱਕ ਡਿਸਪਲੇ ਹੋ ਜਾਣਗੇ ਜਿਹੜੇ ਉਹ ਪਾਰਟਿਕੂਲਰ ਮੰਥ 'ਚ ਨਿਕਲੇ। ਓਕੇ। ਤਾਂ ਜਿਹੜੇ ਵੀ ਇਹ ਪਾਰਟਿਕੂਲਰ ਬੈਂਕ ਸਟੇਟਮੈਂਟ 'ਚ ਮੰਨ ਲਓ 10 ਚੈੱਕ ਨਿਕਲੇ ਗਏ ਮੰਥ ਦੇ ਵਿੱਚ, ਮੈਂ ਸਾਰਿਆਂ ਦੀ ਡੇਟ ਇਹੀ ਪਾਊਂਗਾ। ਉਹ ਸਾਰੇ ਆਰਗੇਨਾਈਜ਼ ਤਰੀਕੇ ਨਾਲ ਬਾਅਦ ਚ ਆ ਜਾਣਗੇ ਨਾ, ਸਾਨੂੰ ਈਜ਼ੀ। ਇਹ ਸਾਰੇ ਆਰਗੇਨਾਈਜ਼ ਤਰੀਕੇ ਨਾਲ ਬਾਅਦ ਦੇ ਵਿੱਚ ਆ ਜਾਊਗੇ, ਕਿਉਂਕਿ ਜਦੋਂ ਆਪਾਂ ਰਿਪੋਰਟ ਪੁੱਲ ਕਰਦੇ ਹਾਂ ਆਪਾਂ ਪਾਰਟਿਕੂਲਰ ਡੇ ਦੇ ਹਿਸਾਬ ਨਾਲ ਨਹੀਂ, ਆਪਾਂ ਮੰਥਲੀ ਜਾਂ ਕੁਆਟਰਲੀ ਜਾਂ ਈਅਰਲੀ ਪੁੱਲ ਕਰਦੇ ਤਾਂ ਈਜ਼ੀ ਰਹੂਗਾ ਇਹ। ਹੁਣ ਆਪਾਂ ਵੈਂਡਰ ਕ੍ਰੀਏਟ ਕਰਨਾ। ਵੈਂਡਰ ਹਮੇਸ਼ਾ ਇੱਕ ਯਾਦ ਰੱਖਣਾ, ਆਪਾਂ ਵੈਂਡਰ ਜੋ ਵੀ ਕ੍ਰੀਏਟ ਕਰਦੇ ਹਾਂ ਉਹ ਆਪਾਂ ਮਲਟੀਪਲ ਟਾਈਮਸ ਯੂਜ਼ ਕਰ ਸਕਦੇ ਹਾਂ। ਤਾਂ ਵੈਂਡਰ ਦਾ ਨਾਮ ਉਹ ਰੱਖੋ ਜਿਹੜਾ ਈਜ਼ੀ ਟੂ ਯੂਜ਼ ਹੋਵੇ ਤੇ ਈਜ਼ੀ ਟੂ ਰਿਮੈਂਬਰ ਹੋਵੇ। ਜਿਵੇਂ ਲਾਸਟ ਟਾਈਮ ਆਪਾਂ ਯੂਜ਼ ਕੀਤਾ ਸੀਗਾ ਬੈਂਕ ਸਟੇਟਮੈਂਟ। ਹੁਣ ਇਹਦੇ 'ਚ ਮੈਂ ਸਿੰਪਲੀ ਐਂਟਰ ਕਰ ਸਕਦਾ ਸਿਰਫ ਚੈੱਕ, CHEQU, ਸਿੰਪਲ ਐਸ ਦੈਟ। ਚੈੱਕ ਦਬਾ ਕੇ ਟੈਬ, ਫਿਰ ਅਗੇਨ ਆਪਾਂ ਜਾਂ ਤਾਂ ਕੁਇਕ ਐਡ ਕਰ ਸਕਦੇ ਹਾਂ, ਫੁੱਲ ਐਡ ਕਰਦੇ ਹਾਂ। ਵਨ ਟਾਈਮ ਵੈਂਡਰ ਕਦੇ ਨਹੀਂ ਕਰਨਾ ਕਿਉਂਕਿ ਆਪਾਂ ਮਲਟੀਪਲ ਟਾਈਮਸ ਯੂਜ਼ ਕਰਾਂਗੇ। ਬਟ ਨਾਰਮਲੀ ਹੁਣ ਜਸਟ ਐਡ ਨੇਮ ਫॉर ਨਾਓ ਤੇ ਆਪਾਂ ਡਿਟੇਲਡ ਇਨਫੋਰਮੇਸ਼ਨ ਅੱਗੇ ਵੀ ਐਂਟਰ ਕਰ ਸਕਦੇ ਹਾਂ। ਉਹ ਮੈਂ ਤੁਹਾਨੂੰ ਅੱਗੇ ਜਾ ਕੇ ਨੈਕਸਟ ਵੀਡੀਓ 'ਚ ਵੀ ਦੱਸੂਗਾ ਵੀ ਕਿੱਦਾਂ ਐਂਟਰ ਕਰਨਾ। ਬਟ ਕੁਇਕ ਐਡ ਫॉर ਨਾਓ ਐਂਡ ਦੈਨ ਓਕੇ। ਇਹ ਆਪਣਾ ਵੈਂਡਰ ਕ੍ਰੀਏਟ ਹੋ ਗਿਆ। ਹੁਣ ਆਪਾਂ ਨੀਚੇ ਆ ਜਾਵਾਂਗੇ, ਟੈਬ ਦਬਾ ਕੇ ਵੀ ਆ ਸਕਦੇ ਹਾਂ ਨਾਰਮਲੀ ਮਾਊਸ ਤੇ ਕਲਿੱਕ ਨਾਲ। ਠੀਕ ਹੈ ਜੀ। ਹੁਣ ਫੋਰ ਐਗਜ਼ਾਮਪਲ ਆਪਾਂ ਲਗਾਉਂਦੇ ਹਾਂ ਵੀ ਇਹ ਕਲੀਨਿੰਗ ਕੰਪਨੀ ਦਾ ਉਹਨਾਂ ਨੇ ਜਿਹੜਾ ਪਰਚੇਜ਼ ਕੀਤਾ ਸਪਲਾਈਜ਼ ਦਾ, ਉਹ $2100 ਦੀ ਉਹਨਾਂ ਨੇ ਸਪਲਾਈਜ਼ ਪਰਚੇਜ਼ ਕੀਤੀਆਂ। ਓਕੇ, $2100 ਦੀ ਸਪਲਾਈਜ਼ ਪਰਚੇਜ਼ ਕੀਤੀਆਂ ਉਹਨਾਂ ਨੇ। ਅਕਾਊਂਟ ਆਪਾਂ ਲਾਸਟ ਟਾਈਮ ਕ੍ਰੀਏਟ ਕੀਤਾ ਸੀ। ਹੁਣ ਜੇ ਤੁਹਾਨੂੰ ਨੰਬਰ ਯਾਦ ਹੋਊਗਾ ਪਿਛਲੀ ਵਾਰੀ ਅਕਾਊਂਟ ਕ੍ਰੀਏਟ ਕੀਤੇ ਦਾ ਸਿੱਧਾ ਨੰਬਰ ਆਪਾਂ ਈਦਰ ਤਾਂ ਇੱਥੇ ਐਂਟਰ ਕਰ ਸਕਦੇ ਹਾਂ
ਜਾਂ ਜੇ ਨੰਬਰ ਤੁਹਾਨੂੰ ਯਾਦ ਹੈ ਆਪਾਂ ਇੱਥੇ ਵੀ ਐਂਟਰ ਕਰ ਸਕਦੇ 5710 ਜਿਵੇਂ ਮੈਨੂੰ ਯਾਦ ਹੈਗਾ। ਨਹੀਂ ਤਾਂ ਜੇ ਨੰਬਰ ਨਹੀਂ ਯਾਦ ਇਹਨੂੰ ਰਿਮੂਵ ਕਰੋ, ਨੇਮ ਤੇ ਜਾਓ ਤੇ ਇੱਥੇ ਸਿਰਫ ਪਾ ਦਿਓ SUPP, ਆਪਣੇ ਆਪ ਪੌਪ ਅਪ ਹੋ ਜਾਊ। ਜਦ ਤੱਕ ਸਾਡੇ ਵਰਗੇ ਬੰਦੇ ਨੂੰ ਨੰਬਰ ਯਾਦ ਨਹੀਂ ਤਾਂ ਅਸੀਂ ਬਾਈ ਨੇਮ ਤੇ ਸਰਚ ਕਰਕੇ ਕਰ ਸਕਦੇ ਹਾਂ ਨਾ। ਹਾਂਜੀ ਬਿਲਕੁਲ। ਵੈਸੇ ਵੀ ਬਿਗਨਰਸ ਲਈ ਇੱਕ ਚੀਜ਼ ਮੈਂ ਰეკਮੈਂਡ ਕਰਦਾ, ਹਮੇਸ਼ਾ ਜੇ ਤੁਹਾਡੇ ਕੋਲ ਆਪਸ਼ਨ ਹੋਵੇ ਤੁਸੀਂ ਚਾਰਟ ਆਫ ਅਕਾਊਂਟਸ ਪ੍ਰਿੰਟ ਕਰਕੇ ਰੱਖ ਲਓ ਤੇ ਜਸਟ ਆਪਣੇ ਸਾਈਡ ਤੇ ਰੱਖਿਆ ਕਰੋ ਜਦੋਂ ਵੀ ਐਂਟਰੀਜ਼ ਕਰਨੀ ਹੈ, ਜਦੋਂ ਵੀ ਕੁਝ ਕਰਨਾ ਈਜ਼ੀ ਹੁੰਦਾ ਬਹੁਤ। ਤੇ ਇੱਕ ਜਿਹੜੀ ਕੈਟੇਗਰਾਈਜ਼ ਕੀਤੇ ਹੁੰਦੇ ਅਕਾਊਂਟਸ, ਇੱਕ ਉਹਨਾਂ ਦੀ ਲਿਖ ਕੇ ਰੱਖ ਲਓ ਵੀ 0 to 1000 ਤੱਕ ਐਸੈਟਸ ਹੁੰਦੇ ਆ, ਫਿਰ ਆਪਣੇ 2000 ਵਾਲੀ ਜੋ ਰੋ ਆਉਂਦੀ ਹੈ ਉਹ ਲਾਇਬਿਲਿਟੀਜ਼ ਹੁੰਦੀਆਂ, ਉਹ ਬਹੁਤ ਈਜ਼ੀ ਰਹਿੰਦਾ ਅਕਾਊਂਟ ਕੈਟੇਗਰਾਈਜ਼ ਕਰਨਾ ਵੀ, ਯਾਦ ਕਰਨਾ ਵੀ। ਤੇ ਜਦੋਂ ਤੁਸੀਂ ਕ੍ਰੀਏਟ ਕਰੋਗੇ ਉਦੋਂ ਵੀ ਤੁਹਾਡੇ ਲਈ ਕ੍ਰੀਏਟ ਕਰਨਾ ਈਜ਼ੀ ਰਹੂਗਾ, ਕਿਉਂਕਿ ਆਪਾਂ ਗਲਤ ਅਕਾਊਂਟ ਕਲਾਸ ਨਹੀਂ ਕ੍ਰੀਏਟ ਕਰ ਸਕਦੇ। ਤੁਸੀਂ ਕਦੇ ਵੀ ਐਸੈਟ ਅਕਾਊਂਟ 5 ਵਾਲੀ ਸੀਰੀਜ਼ ਤੇ ਨਹੀਂ ਕ੍ਰੀਏਟ ਕਰੋਗੇ। ਠੀਕ ਹੈ ਜੀ, ਆਪਾਂ ਸਪਲਾਈ ਸਿਲੈਕਟ ਕੀਤਾ, ਸਿਲੈਕਟ ਤੇ ਇਹ ਟੈਕਸ ਰਿਮੈਂਬਰ ਆਪਾਂ ਲਾਸਟ ਟਾਈਮ ਬਣਾਏ ਸੀਗੇ ਪ੍ਰੋਵਿੰਸ ਦੇ ਹਿਸਾਬ ਨਾਲ। ਆ ਦੇਖੋ ਇਹ ਓਨਟਾਰੀਓ ਦਾ, AB ਅਲਬਰਟਾ ਦਾ, M ਸੀਗਾ ਮੀਲਸ ਦਾ ਤੇ G ਸੀਗਾ ਜੇ ਆਪਾਂ ਔਨ ਇਨਵੌਇਸ ਚਾਰਜ ਕਰਨਾ। ਬਟ ਹੁਣ ਇਹ ਅਲਬਰਟਾ ਦੀ ਕੰਪਨੀ ਹੈਗੀ ਆ, ਆਪਾਂ AB ਕੀਤਾ ਸਿਲੈਕਟ ਤੇ $100 ਆਟੋਮੈਟਿਕਲੀ GST ਆ ਗਈ ਤੇ ਸਪਲਾਈਜ਼ ਦੇ ਵਿੱਚ ਆਪਾਂ ਰਿਕਾਰਡ ਕਰ ਦੇਣਾ ਪੋਸਟ। ਇਹ ਕੁਇਕ ਤੇ ਉਹ ਤਰੀਕਾ ਇਹ ਕਹਿਣਗੇ ਚੈੱਕ ਨੰਬਰ ਯੂ ਐਂਟਰਡ ਇਜ਼ ਗ੍ਰੇਟਰ ਦੈਨ ਦ ਨੈਕਸਟ ਨੰਬਰ ਇਨ ਯਰ ਚੈੱਕ, ਡੂ ਯੂ ਵਾਂਟ ਟੂ ਐਂਟਰ ਦ ਨੈਕਸਟ, ਯੈਸ। ਤਾਂ ਉਹ ਇਹ ਤੁਸੀਂ ਇਗਨੋਰ ਕਰ ਸਕਦੇ ਹੋ ਕਿਉਂਕਿ ਇਹ ਸਿਰਫ ਸੈਂਪਲ ਕੰਪਨੀ ਆ। ਇਹ ਨਾਰਮਲੀ ਨੋਟੀਫਿਕੇਸ਼ਨ ਤੁਹਾਨੂੰ ਵਾਰਨਿੰਗ ਨਹੀਂ ਆਊਗੀ ਜਦੋਂ ਤੁਸੀਂ ਐਕਚੁਅਲ ਕੰਪਨੀ ਤੇ ਕੰਮ ਕਰੋਗੇ। ਹੁਣ ਇਹ ਸਿਰਫ ਸਿਖਾਉਣ ਲਈ ਸੀ ਨਾ ਸਾਨੂੰ, ਇਹ ਸਿਰਫ ਸਿਖਾਉਣ ਲਈ ਸੀ। ਹੁਣ ਇਸੇ ਚੀਜ਼ ਦਾ ਹੀ ਦੂਸਰਾ ਵੇ ਹੈਗਾ ਐਂਟਰ ਕਰਨ ਦਾ, ਉਹ ਥੋੜਾ ਜਿਹਾ ਜ਼ਿਆਦਾ ਆਰਗੇਨਾਈਜ਼ਡ ਵੇ ਆ ਜਾਂਦਾ। ਉਹ ਵੀ ਮੈਂ ਹੁਣੇ ਦੱਸਦਾ। ਇਹ ਬਾਕੀ ਸਾਰੀ ਚੀਜ਼ਾਂ ਐਗਜ਼ੈਕਟਲੀ ਸੇਮ ਰਹਿਣਗੀਆਂ। ਚੈੱਕ ਨੰਬਰ ਚਲੋ ਹੁਣ ਆਪਾਂ ਉਹ ਯੂਜ਼ ਕਰ ਲਿਆ, ਇਹ ਨੈਕਸਟ ਵਾਲਾ ਆ ਗਿਆ। ਇਨਵੌਇਸ ਨੰਬਰ ਵੀ ਸੇਮ ਰਹੂਗਾ। ਮੇ ਆਪਾਂ 055 ਪਾਇਆ ਸੀ ਡੇਟ ਇਹ। ਹੁਣ ਜੇ ਆਪਾਂ ਨੂੰ ਫੋਰ ਐਗਜ਼ਾਮਪਲ ਆਪਣਾ ਕਲਾਇੰਟ ਮੰਗੇ ਵੀ ਮੈਨੂੰ ਵੈਂਡਰ ਵਾਈਜ਼ ਚਾਹੀਦੀ ਹੈ ਰਿਪੋਰਟਿੰਗ ਆਪਣੀ, ਤਾਂ ਮੈਂ ਸਿੰਪਲੀ ਕੀ ਕਰੂੰਗਾ, ਆਪਾਂ ਨੂੰ ਇਹ ਤਾਂ ਪਤਾ ਹੈ ਵੀ ਇਹ ਚੈੱਕ ਨਿਕਲ ਰਿਹਾ 177 ਨੰਬਰ, ਮੈਂ ਇੱਥੇ ਵੈਂਡਰ ਚੈੱਕ ਦੀ ਜਗ੍ਹਾ ਮੈਂ ਕਿਹਾ ਸੀ ਸ਼ੇਰਵੇ ਵਿਲੀਅਮਸ ਨੂੰ ਇਹ ਪੇ ਹੋਇਆ, ਮੈਂ ਪਾ ਦੂੰਗਾ ਸ਼ੇਰਵੇ ਵਿਲੀਅਮਸ, ਦੈਟਸ ਇਟ। ਇਹਦੇ ਤੇ ਟੈਬ ਦਬਾ ਕੇ ਫਿਰ ਕੁਇਕ ਐਡ ਕਰ ਸਕਦੇ ਹੋ, ਫੁੱਲ ਐਡ ਕਰ ਸਕਦੇ ਹੋ, ਡਿਪੈਂਡਿੰਗ ਔਨ ਤੁਸੀਂ ਕਿੱਦਾਂ ਰਿਪੋਰਟ ਕਰਨਾ ਆਪਣੇ ਕਲਾਇੰਟ ਨੂੰ। ਮੈਂ ਕੁਇਕ ਐਡ ਕਰਕੇ ਓਕੇ ਕਰਤਾ। ਹੁਣ ਸੇਮ ਐਗਜ਼ੈਕਟ ਸੇਮ ਚੀਜ਼ ਕਰਾਂਗੇ। 2100 ਐਕਸਪੈਂਸ, ਇਹ ਵੀ ਸਪਲਾਈ ਚੀਜ਼ ਆਊਗਾ ਕਿਉਂਕਿ ਇਹ ਸਪਲਾਈ ਹੈ। ਟੈਕਸ ਦੀ ਆਈ ਕੀਤੀ, ਆਈ ਨਹੀਂ ਸੌਰੀ AB ਮੈਂ ਯੂਜ਼ ਟੂ ਆਈ ਨਾਲ AB ਕਰਕੇ $100। ਤੇ ਜਦੋਂ ਤੁਸੀਂ ਇਹ ਕਰੋਗੇ ਇਹਨੂੰ ਰਿਕਾਰਡ ਕਰ ਦਿਓ, ਪੋਸਟ ਕਰ ਦਿਓ। ਠੀਕ ਹੈ ਜੀ, ਹੁਣ ਆਪਣੇ ਇਹ ਦੋਨੋਂ ਪੋਸਟ ਹੋ ਗਏ। ਹੁਣ ਮੈਂ ਤੁਹਾਨੂੰ ਰਿਪੋਰਟ ਪੁੱਲ ਕਰਕੇ ਦਿਖਾਣਾ ਵੀ ਇਹ ਕਿੱਦਾਂ ਡਿਫਰੈਂਟ ਦਿਖਦੇ। ਮੈਂ ਇਹਨੂੰ ਮਿਨੀਮਾਈਜ਼ ਕਰੂੰਗਾ। ਰਿਪੋਰਟ ਪੁੱਲ ਕਰਨ ਲਈ ਆਪਾਂ ਨਾਰਮਲੀ ਰਿਪੋਰਟਸ ਤੇ ਜਾਵਾਂਗੇ, ਫਿਰ ਆਪਣੀ ਮੋਸਟਲੀ ਰਿਪੋਰਟਸ ਹੁੰਦੀ ਹੈ ਫਾਈਨੈਂਸ਼ੀਅਲ ਦੇ ਵਿੱਚ। ਆ ਦੇਖੋ ਜੇ ਤੁਸੀਂ ਦੇਖੋਗੇ ਬੈਲੈਂਸ ਸ਼ੀਟ, ਇਨਕਮ ਸਟੇਟਮੈਂਟ, ਟ੍ਰਾਇਲ ਬੈਲੈਂਸ, ਕੈਸ਼ ਫਲੋ, ਆਪਣੀ ਮੋਸਟਲੀ ਇੱਥੋਂ ਹੀ ਨਿਕਲ ਜਾਂਦੀ ਹੈ ਜਿਹੜੀ ਆਪਾਂ ਯੂਜ਼ ਕਰਦੇ। ਬਟ ਆਪਾਂ ਜਾਣਾ ਜਨਰਲ ਲੈਜਰ ਦੇ ਵਿੱਚ, ਜਿਹਦੇ ਨਾਲ ਆਪਾਂ ਨੂੰ ਅਕਾਊਂਟ ਟੂ ਅਕਾਊਂਟ ਰਿਪੋਰਟ ਮਿਲੂਗੀ। ਆਪਾਂ ਸਿਲੈਕਟ ਆਲ ਕਰਕੇ ਆ ਸਿਲੈਕਟ ਹੋ ਗਏ ਸਾਰੇ। ਇਹ ਡਬਲ ਕਲਿੱਕ ਮੇਕ ਸ਼ੋਰ ਕਰਨਾ ਹਰ ਵਾਰੀ ਕਰ ਲਿਆ ਕਰੋ, ਕਿਉਂਕਿ ਜਦੋਂ ਆਪਾਂ ਨਵਾਂ ਅਕਾਊਂਟ ਕ੍ਰੀਏਟ ਕਰਦੇ ਹਾਂ ਉਹ ਇਹਦੇ 'ਚ ਸਿਲੈਕਟਡ ਨਹੀਂ ਹੁੰਦਾ, ਉਹ ਡੀਸਿਲੈਕਟਡ ਹੁੰਦਾ ਬਾਈ ਡਿਫਾਲਟ। ਜਦੋਂ ਆਪਾਂ ਇਹਨੂੰ ਇਦਾਂ ਕਰਕੇ ਇਦਾਂ ਸਾਰੇ ਬਲੂ ਕਰ ਦਿੰਦੇ ਹਾਂ ਤਾਂ ਆਪਾਂ ਮੇਕ ਸ਼ੋਰ ਕਰਦੇ ਹਾਂ ਸਾਰੇ ਅਕਾਊਂਟਾਂ ਦੀ ਰਿਪੋਰਟ ਹੋ ਗਈ। ਓਕੇ ਹਾਂਜੀ, ਤਾਂ ਆਪਾਂ 1 ਜਨਵਰੀ ਟੂ May 31। ਆ ਦੇਖੋ ਜੀ, ਆਪਾਂ ਮੈਂ ਕੋਈ ਜੇ ਡੇਟ ਹੋਰ ਚੂਜ਼ ਕਰਦਾ ਨਾ ਇੱਥੇ ਬਹੁਤ ਸਾਰੀ ਡੇਟਸ ਆ ਜਾਂਦੀਆਂ ਸੀ, ਤਾਂ ਇਹ ਈਜ਼ੀ ਰਹਿੰਦਾ। May 31 ਐਂਡ ਡੇਟ ਵਾਈਜ਼ ਆਪਾਂ ਨੂੰ ਚਾਹੀਦੀ ਹੈ ਅਕਾਊਂਟ। ਓਕੇ, ਆ ਦੇਖੋ ਹੁਣ ਇੱਥੇ ਜੇ ਆਪਾਂ ਦੇਖੀਏ May 31 ਨੂੰ ਇਨਵੌਇਸ ਦਾ ਨੰਬਰ ਸੇਮ ਹੈ, May 5 ਇਹ ਸਿਰਫ ਵੈਂਡਰ ਦਾ। ਹੁਣ ਇੱਥੇ ਸਿਰਫ ਇਹ ਲਿਖਿਆ ਹੋਇਆ ਵੀ ਚੈੱਕ 176 ਦਾ 2100, ਤੇ ਇੱਥੇ ਐਗਜ਼ੈਕਟਲੀ ਲਿਖਿਆ ਹੋਇਆ ਸ਼ੇਰਵੇ ਵਿਲੀਅਮਸ। ਇਹ ਦੋਵਾਂ 'ਚ ਫਰਕ ਇਹ ਆ, ਜਦੋਂ ਆਪਾਂ ਇਹ ਰਿਪੋਰਟ ਪੁੱਲ ਕਰਦੇ ਹਾਂ, ਜੇ ਆਪਾਂ ਕਲਾਇੰਟ ਨੂੰ ਸ਼ੋ ਕਰਾਂਗੇ
ਜੇ ਸਿਰਫ ਚੈੱਕ ਲਿਖਿਆ ਹਮ। ਤਾਂ ਇਹ ਆਪਾਂ ਨੂੰ ਪਤਾ ਵੀ ਇਹ ਚੈੱਕ ਲਿਖਿਆ ਹੋਇਆ। ਹੁਣ ਜੇ ਆਪਾਂ ਇਹਦੇ ਤੇ ਕਲਿੱਕ ਕਰਾਂਗੇ, ਡਬਲ ਕਲਿੱਕ ਕਰਾਂਗੇ, ਆਪਾਂ ਨੂੰ ਪਤਾ ਲੱਗ ਜੂਗਾ ਇਹ ਸਪਲਾਈਜ਼ ਨੂੰ ਗਿਆ, ਬਟ ਆਪਾਂ ਨੂੰ ਇਹ ਨਹੀਂ ਪਤਾ ਲੱਗੂਗਾ ਇਹ ਕਿਸ ਨਾਮ ਤੇ ਗਿਆ। ਹਮ। ਬਟ ਜੇ ਆਪਾਂ ਇਹਦੇ ਤੇ ਜਾਈਏ ਸ਼ੇਰਵੇ ਵਿਲੀਅਮਸ ਨੂੰ, ਆਪਾਂ ਨੂੰ ਕੋਈ ਐਂਟਰੀ ਨਹੀਂ ਖੋਲਣ ਦੀ ਲੋੜ, ਕੋਈ ਕੁਝ ਨਹੀਂ ਖੋਲਣ ਦੀ ਲੋੜ, ਦੇਖ ਕੇ ਆਪਾਂ ਨੂੰ ਸਿੱਧਾ ਪਤਾ ਲੱਗ ਜਾਂਦਾ ਹੈ ਇਹ $2100 ਦਾ ਚੈੱਕ ਸ਼ੇਰਵੇ ਵਿਲੀਅਮਸ ਨੂੰ ਗਿਆ, ਇਹ ਸਪਲਾਈਜ਼ ਲਈ ਹੋਣਾ। ਓਕੇ, ਜੇ ਸਾਡੇ ਇੱਕ ਕੰਪਨੀ ਦੇ ਅੰਦਰ ਸਾਡੇ ਕੰਟੀਨਿਊਸ ਇੱਕ ਵੈਂਡਰ ਜਿਹੜਾ ਹੈਗਾ ਜਿੰਨਾ ਸਾਡੀ ਟ੍ਰਾਂਜੈਕਸ਼ਨਸ ਚੱਲ ਰਹੀਆਂ, ਤਾਂ ਇਟਸ ਬੈਟਰ ਕਿ ਅਸੀਂ ਉਹਦੇ ਨਾਮ ਤੋਂ ਰੱਖ ਕੇ ਮੋਰ ਜ਼ਿਆਦਾ ਸਪੈਸੀਫਿਕ ਹੋ ਜਾਈਏ, ਹਨਾ? ਹਾਂਜੀ, ਠੀਕ ਹੈ, ਇਹ ਇਜ਼ ਦਾ ਬੈਨੀਫੀਸ਼ੀਅਲ। ਹੁਣ ਜੇ ਆਪਾਂ ਨੀਚੇ ਵੀ ਪੁੱਲ ਕਰੀਏ, ਇਹ ਆਪਣੀ ਆਪਾਂ ਨੂੰ ਇਹ ਤਾਂ ਪਤਾ ਹੀ ਆ ਹਰੇਕ ਐਂਟਰੀ ਦਾ ਡੂਅਲ ਇਫੈਕਟ ਹੁੰਦਾ। ਇੱਕ ਆਪਾਂ ਨੂੰ ਐਂਟਰੀ ਇੱਥੇ ਦਿਖ ਰਹੀ ਚੈਕਿੰਗ ਅਕਾਊਂਟ ਦੇ ਵਿੱਚ, ਦੂਸਰਾ ਆਪਾਂ ਨੂੰ ਉੱਥੋਂ ਦਿਖੂਗੀ ਜਿੱਥੇ ਆਪਾਂ ਇਹ ਐਕਸਪੈਂਸ ਕੀਤੀ ਹੈ, ਜੋ ਕਿ ਹੈਗਾ ਸਾਡਾ ਸਪਲਾਈਜ਼ 5710 ਸੀ ਆ ਰਿਹਾ। ਯੈਸ, ਸਪਲਾਈਜ਼ ਦੇ ਅੰਦਰ ਆ ਗਿਆ। ਆ ਦੇਖੋ ਇਹਦੇ ਚ ਆਟੋਮੈਟਿਕਲੀ $2000 ਹੀ ਆਣਗੇ ਕਿਉਂਕਿ $100 GSTs ਗਏ ਹੋਏ। ਇਹਨੂੰ ਹੋਰ ਈਜ਼ੀ ਤੇ ਅੰਡਰਸਟੈਂਡਿੰਗ ਬਣਾਉਣ ਲਈ ਮੈਂ ਚਲੋ ਮੋਡੀਫਾਈ ਕਰਦਾ ਰਿਪੋਰਟ। ਹੁਣ ਮੰਨ ਲਓ ਜੇ ਤੁਹਾਨੂੰ ਇਹ ਸਾਰੇ ਅਕਾਊਂਟਸ ਨਹੀਂ ਚਾਹੀਦੇ ਹੈ ਨਾ, ਜਿਨ੍ਹਾਂ ਦਾ ਆਪਣੇ ਕੋਲ ਯੂਜ਼ ਨਹੀਂ ਹੈਗਾ, ਮੈਂ ਸਿੰਪਲੀ ਜਾਊਂਗਾ ਮੋਡੀਫਾਈ ਰਿਪੋਰਟ ਆਪਸ਼ਨਸ, ਤਾਂ ਆਪਣੀ ਸੇਮ ਵਿੰਡੋ ਪॉपअप ਹੋ ਜਾਊਗੀ। ਹੁਣ ਮੈਂ ਆਲ ਦਾ ਵੇ ਅਪ ਜਾਊਂਗਾ, ਮੈਂ ਕਲਿੱਕ ਕਰੂੰਗਾ ਚੈਕਿੰਗ ਅਕਾਊਂਟ ਦੇ ਵਿੱਚ, ਫਿਰ ਸਕਰੋਲ ਡਾਊਨ ਕਰੂੰਗਾ ਮੈਂ GST, ਕੰਟਰੋਲ ਦਬਾ ਕੇ ਰੱਖਿਓ ਇੱਥੇ GST ਔਨ ਪਰਚੇਜ਼ਸ, ਫਿਰ ਕੰਟਰੋਲ ਰਿਲੀਜ਼ ਕਰ ਦਿਓ, ਥੱਲੇ ਜਾਓ ਹੁਣ 5710, ਕੰਟਰੋਲ ਦਬਾ ਕੇ ਫਿਰ ਸਪਲਾਈਜ਼ ਕਲਿੱਕ ਕਰ ਦਿਓ ਤੇ ਹੁਣ ਓਕੇ। ਆ ਦੇਖੋ ਆ 3 ਅਕਾਊਂਟਸ ਈਜ਼ੀਲੀ ਪॉपअप ਹੋ ਗਏ, ਤਾਂ ਕਿੰਨਾ ਈਜ਼ੀ ਅੰਡਰਸਟੈਂਡ ਕਰਨਾ। ਆਹ ਐਗਜ਼ੈਕਟ ਐਂਟਰੀ ਸ਼ੋ ਹੋਗੀ, $2100 ਦੀ ਆਪਣਾ ਐਕਸਪੈਂਸ ਹੈ, ਜਿੰਦੇ ਚੋਂ $100 ਆਪਾਂ GST ਨੂੰ ਗਏ ਤੇ $2000 ਆਪਣੇ ਸਪਲਾਈਜ਼ ਨੂੰ ਗਏ। ਆ ਦੇਖੋ ਡੈਬਿਟ ਕ੍ਰੈਡਿਟ ਵੀ ਪ੍ਰੋਪਰ ਸ਼ੋ ਹੋਊਗਾ। ਤਾਂ ਦਿਸ ਇਜ਼ ਦ ਐਗਜ਼ੈਕਟ ਐਂਟਰੀ ਜੋ ਆਪਾਂ ਪੈਨ ਪੇਪਰ ਤੇ ਕਰਦੇ ਹਾਂ, ਉਹ ਆਪਣੀ ਸੌਫਟਵੇਅਰ 'ਚ ਸ਼ੋ ਹੋ ਰਹੀ ਹੈ। ਓਕੇ, ਹੁਣ ਇਹੀ ਸੇਮ ਚੀਜ਼ ਦੀ ਮੈਂ ਉਹਨੂੰ ਕਲੋਜ਼ ਕਰਤਾ। ਮੰਨ ਲਓ ਆਪਾਂ ਇੱਕ ਹੋਰ ਚੈੱਕ ਬਣਾਉਣਾ ਹੋਵੇ, ਫੋਰ ਐਗਜ਼ਾਮਪਲ ਇਹਨੂੰ ਵੀ ਕਲੋਜ਼ ਕਰਕੇ ਮੈਂ ਨਿਊ ਇਨਵॉइस ਖੋਲਦਾ। ਆ ਦੇਖੋ ਜੀ ਨਿਊ ਇਨਵॉइस ਖੁੱਲ ਗਈ, ਦੁਬਾਰਾ ਚੈੱਕ। ਹੁਣ 178 ਨੰਬਰ ਆਟੋਮੈਟਿਕਲੀ ਸਿਲੈਕਟਡ ਹੈ। ਮੰਨ ਲਓ ਮਈ 8 ਨੂੰ ਨਿਕਲੇ ਇੱਕ ਹੋਰ ਚੈੱਕ, ਇੱਥੇ ਦੁਬਾਰਾ ਡੇਟ ਚੇਂਜ ਕਰਾਂਗੇ ਆਪਾਂ ਮਈ 31। ਹੁਣ ਕੋਈ ਵੀ ਨਾਮ ਦੱਸੋ ਜਿਹੜਾ ਵੈਂਡਰ ਨੂੰ ਗਿਆ ਹੋਊਗਾ ਐਗਜ਼ਾਮਪਲ ਦੇ ਤੌਰ ਤੇ। ਕਲੀਨਿੰਗ ਕੰਪਨੀ ਦੇ ਸਪਲਾਈਜ਼ ਦਾ ਹੀ ਕੁਝ ਹੋਏਗਾ। ਹਾਂਜੀ, ਸਪਲਾਈਜ਼ ਦਾ ਚਲੋ ਫੋਰ ਐਗਜ਼ਾਮਪਲ ਆਪਾਂ ਲਾ ਲਈ ਵਾਲਮਾਰਟ ਨੂੰ। ਵਾਲਮਾਰਟ ਤੋਂ ਬੰਦੇ ਨੇ ਸਪਲਾਈਜ਼ ਖਰੀਦੀ ਆਪਣੀ ਕਲੀਨਿੰਗ ਬਿਜ਼ਨਸ ਲਈ। ਇਹ ਫੇਰ ਆਊਗਾ ਕਿਉਂਕਿ ਵਾਲਮਾਰਟ ਕ੍ਰੀਏਟਡ ਨਹੀਂ ਹੈ, ਅਗੇਨ ਕੁਇਕ ਐਡ ਓਕੇ, ਐਂਡ then we go for let's say $1400 again supplies, and then ਆਪਾਂ tax code ਲਗਾਇਆ AB, ਆਪਣੇ ਆਪ automatically selected, and then post ਕੀਤਾ ਆਪਾਂ sure you want to continue yes। ਇਸ ਤੋਂ ਬਾਅਦ ਆਪਾਂ 2-3 ਚੈੱਕ ਪਾਈਏ। ਮੰਨ ਲਓ ਹੁਣ May 10th ਨੂੰ ਬੰਦੇ ਨੇ ਹੋਰ ਸਮਾਨ ਲਿਆ, ਉਹ ਵਾਲਮਾਰਟ ਦੀ ਜਗ੍ਹਾ ਕੈਨੇਡੀਅਨ ਟਾਇਰ ਚਲੇ ਗਏ। ਕੈਨੇਡੀਅਨ ਟਾਇਰ ਅਗੇਨ ਟੈਬ ਕੁਇਕ ਐਡ ਓਕੇ। ਹੁਣ ਇਸ ਵਾਰੀ ਉਹ ਬੰਦੇ ਨੇ ਥੋੜਾ ਘੱਟ ਸਮਾਨ ਲਿੱਤਾ, ਫੋਰ ਐਗਜ਼ਾਮਪਲ ਜਸਟ 450, 5710, ਐਂਡ ਦੈਨ ਅਗੇਨ ਉੱਪਰ ਜਾ ਕੇ 8। ਹੁਣ ਇਹ ਹਮੇਸ਼ਾ ਯਾਦ ਰੱਖਿਓ, ਇਹ ਆਟੋਮੈਟਿਕਲੀ ਆਪਣੇ ਚੈੱਕ ਨੰਬਰ ਪੈ ਰਹੇ ਤੇ ਇਹ ਸਾਰੀ ਚੀਜ਼ਾਂ ਆਪਾਂ ਚੈੱਕ ਬਾਰੇ ਕਰ ਰਹੇ। ਓਕੇ, ਹਾਂਜੀ, ਆਟੋਮੈਟਿਕਲੀ ਆ ਦੇਖੋ 179 ਨੰਬਰ ਆ ਗਿਆ, 450 ਪਾ ਕੇ ਮੈਂ ਪੋਸਟ ਕਰ ਦੂੰਗਾ ਇਹ ਯੈਸ। ਹੁਣ ਆਪਣੇ 2-3 ਵੈਂਡਰਸ ਪੈ ਗਏ ਰਾਈਟ। ਹੁਣ ਮੈਂ ਇਹਨੂੰ ਕਲੋਜ਼ ਕਰ ਦਿੰਦਾ, ਮੈਂ ਦੁਬਾਰਾ ਆਪਣੀ ਰਿਪੋਰਟਸ ਤੇ ਜਾਣਾ, ਰਿਪੋਰਟਸ ਫਾਈਨੈਂਸ਼ੀਅਲਸ ਐਂਡ ਦੈਨ ਜਨਰਲ ਲੈਜਰ। ਹੁਣ ਆ ਦੇਖੋ ਜੋ ਆਪਾਂ ਰਿਪੋਰਟ ਲਾਸਟ ਟਾਈਮ ਯੂਜ਼ ਕੀਤੀ ਸੀ ਨਾ, ਇਹ ਉਹੀ ਸਿਲੈਕਟਡ ਹੋਊਗੀ ਬਾਈ ਡਿਫਾਲਟ। ਸਪਲਾਈਜ਼ ਆਪਣੀ ਸਿਲੈਕਟਡ, ਉੱਪਰ ਜਾ ਕੇ ਆਪਣੀ ਪਰਚੇਜ਼ਸ ਸਿਲੈਕਟਡ ਹੈ ਤੇ ਆ ਚੈਕਿੰਗ ਬੈਂਕ ਅਕਾਊਂਟ ਸਿਲੈਕਟਡ ਹੈ, ਆਪਣੀ ਉਹ ਡੇਟ ਸਿਲੈਕਟਡ। ਆਪਾਂ ਸਿਰਫ ਕੁਝ ਨਹੀਂ ਕਰਨਾ, ਸਿਰਫ ਓਕੇ ਕਲਿੱਕ ਕਰਨਾ ਤੇ ਆ ਦੇਖੋ ਆਹ ਆ ਗਿਆ।
ਇਹ ਅਮਾਉਂਟਸ ਆਟੋਮੈਟਿਕਲੀ ਪਿਕ ਹੋ ਜਾਣਗੇ। ਹੁਣ ਇਹ ਜਦੋਂ ਰਿਪੋਰਟ ਆਪਾਂ ਨੂੰ ਹੋਰ ਈਜ਼ੀ ਪਤਾ ਕਦੋਂ ਮਿਲਦੀ ਹੈ, ਇਹਨੂੰ ਮੈਂ ਮਿਨੀਮਾਈਜ਼ ਕਰ ਦਿੰਦਾ, ਕਿਉਂਕਿ ਆਪਾਂ ਕਲਾਇੰਟ ਨੂੰ ਤਾਂ ਮੋਸਟਲੀ ਬੈਲੈਂਸ ਸ਼ੀਟ ਜਾਂ ਟ੍ਰਾਇਲ ਬੈਲੈਂਸਸ ਦਿੰਦੇ ਆ, ਰਾਈਟ। ਹੁਣ ਇਹ ਐਕਸਪੈਂਸ ਅਕਾਊਂਟ ਹੈ ਤਾਂ ਆਪਣਾ ਬੈਲੈਂਸ ਸ਼ੀਟ ਤੇ ਸ਼ੋ ਹੋਊਗਾ ਨਹੀਂ, ਆਪਣਾ ਟ੍ਰਾਇਲ ਬੈਲੈਂਸ ਤੇ ਸ਼ੋ ਹੋਊਗਾ। ਚਲੋ ਆਪਾਂ ਟ੍ਰਾਇਲ ਬੈਲੈਂਸ ਖੋਲੀਏ, ਟ੍ਰਾਇਲ ਬੈਲੈਂਸ ਤੇ ਕਲਿੱਕ ਕੀਤਾ ਮੈਂ, ਦੁਬਾਰਾ ਡੇਟ ਉਹੀ ਸਿਲੈਕਟ ਕਰਨੀ ਹੈ ਜੋ ਆਪਣੀ ਲਾਸਟ ਐਂਟਰੀ ਡੇਟ ਹੈ, May 31 ਤੇ ਹਾਈਡ ਅਕਾਊਂਟਸ ਵਿਦ 0, ਯੈਸ, ਇਹਨੂੰ ਯੈਸ ਕਰ ਦਿਓ ਤਾਂ ਕਿ ਈਜ਼ੀ ਹੋ ਜਾਂਦਾ ਰੀਡ ਕਰਨਾ। ਮੈਂ ਓਕੇ ਕਲਿੱਕ ਕਰੂੰਗਾ ਤਾਂ ਆ ਦੇਖੋ ਬਸ ਹਲੇ ਫਿਲਹਾਲ ਸਿਰਫ ਇਹੀ ਸ਼ੋ ਹੋਊਗਾ ਕਿਉਂਕਿ ਬਹੁਤ ਘੱਟ ਐਂਟਰੀਜ਼ ਕੀਤੀਆਂ। ਬਟ ਜੇ ਤੁਸੀਂ ਆ ਦੇਖੋ ਸਪਲਾਈਜ਼ ਦੇ ਵਿੱਚ ਸਿਗਨੀਫੀਕੈਂਟ ਅਮਾਉਂਟ ਸ਼ੋ ਹੋ ਰਹੀ ਹੈ, ਟੋਟਲ ਸਮ ਅਪ ਕਰਤਾ ਹਾਂ, ਉਹਨਾਂ ਨੂੰ ਸਮ ਅਪ ਕਰਤਾ। ਹੁਣ ਜੇ ਆਪਾਂ ਨੂੰ ਕਲਾਇੰਟ ਕਹਿੰਦੇ ਆ ਵੀ ਮੈਨੂੰ ਇਹ ਅਮਾਉਂਟ ਇਟ ਡਸਨਟ ਮੇਕ ਸੈਂਸ, ਤਾਂ ਆਪਾਂ ਸਿੰਪਲੀ ਇਹ ਡਬਲ ਕਲਿੱਕ ਕਰਨਾ ਸਪਲਾਈਜ਼ ਨੂੰ, ਸਿਰਫ ਸਪਲਾਈਜ਼ ਦਾ ਆਹ ਲੈਜਰ ਖੁੱਲ ਜੂਗੀ ਤਾਂ ਆਪਾਂ ਨੂੰ ਇੱਕ ਇੱਕ ਡੇਟ ਦੇ ਵਿੱਚ ਪਤਾ ਲੱਗ ਜੂਗਾ। May 5 ਨੂੰ ਚਲੋ ਆਪਾਂ ਚੈੱਕ ਲਿਖਿਆ ਸੀ, ਆਪਾਂ ਨੂੰ 176 ਚੈੱਕ ਲਿਖਿਆ, May 5 ਨੂੰ ਸ਼ੇਰਵੇ ਵਿਲੀਅਮਸ ਨੂੰ 177 ਚੈੱਕ ਨੰਬਰ ਗਿਆ, May 8 ਨੂੰ ਵਾਲਮਾਰਟ ਨੇ ਦਾ ਗਿਆ, May 10 ਨੂੰ ਕੈਨੇਡੀਅਨ ਟਾਈਮ। ਤਾਂ ਇਹਦੇ ਨਾਲ ਬ੍ਰੇਕਡਾਊਨ ਆ ਗਿਆ ਨਾ ਉਹਦਾ ਸਾਰਾ। ਹਾਂਜੀ ਬਿਲਕੁਲ ਬ੍ਰੇਕਡਾਊਨ ਹੋ ਗਿਆ। ਇਹਦੇ ਨਾਲ ਕਨਵੀਨੀਅੰਸ ਇਹ ਰਹਿੰਦੀ ਹੈ, ਨਾ ਆਪਾਂ ਨੂੰ ਕਲਾਇੰਟ ਨੂੰ ਕੋਈ ਬੈਂਕ ਸਟੇਟਮੈਂਟ ਖੋਲ ਕੇ ਦੇਣ ਦੀ ਲੋੜ ਹੈ ਵੀ ਆਹ ਦੇਖੋ ਇੱਥੋਂ ਦੀ ਆਪਣਾ ਐਕਸਪੈਂਸ ਹੋਇਆ, ਕੁਝ ਆਪਾਂ ਨੂੰ ਸਾਰਾ ਕੁਝ ਰਿਪੋਰਟਸ ਤੇ ਮਿਲਦਾ। ਇਸ ਲਈ ਬਹੁਤ ਇੰਪੋਰਟੈਂਟ ਹੁੰਦਾ ਆਪਾਂ ਚੈੱਕ ਅਲੱਗ ਤੋਂ ਰਿਕਾਰਡ ਕਰੀਏ ਤੇ ਜਿਹੜੀ ਬੈਂਕ ਟ੍ਰਾਂਜੈਕਸ਼ਨਸ ਨਾਰਮਲੀ ਹੋ ਰਹੀਆਂ ਉਹ ਅਲੱਗ ਰਿਕਾਰਡ ਕਰੀਏ। ਓਕੇ, ਬਾਅਦ ਚ ਬ੍ਰੇਕਡਾਊਨ ਕਰਨਾ ਸੌਖਾ ਰਹਿੰਦਾ ਨਾ, ਕਿਉਂਕਿ ਬਾਅਦ ਚ ਬ੍ਰੇਕਡਾਊਨ ਕਰਨਾ ਸੌਖਾ ਕੈਸ਼ ਤੇ ਰਹਿੰਦਾ। ਬੈਂਕ ਦੀ ਤੁਹਾਡੀ ਸਟੇਟਮੈਂਟਸ ਤੁਹਾਨੂੰ ਪਤਾ ਹੁੰਦੀ ਵੀ ਕਿਹੜੀ ਟ੍ਰਾਂਜੈਕਸ਼ਨਸ ਕਿੱਧਰੋਂ ਆਈ ਹੈਗੀ ਆ। ਬਿਲਕੁਲ, ਕਿਉਂਕਿ ਮੈਂ ਤੁਹਾਨੂੰ ਇਹਦਾ ਲੌਜੀਕ ਦੱਸਦਾ। ਹੁਣ ਜਿਹੜੀ ਬੈਂਕ ਸਟੇਟਮੈਂਟਸ ਤੋਂ ਆਪਣੀ ਟ੍ਰਾਂਜੈਕਸ਼ਨਸ ਹੋਈਆਂ ਉਹ ਤਾਂ ਜਦੋਂ ਆਪਣੀ ਪੇਮੈਂਟ ਹੋ ਗਈ ਉਹ ਹੋ ਗਈ ਹੈ, ਕਿਉਂਕਿ ਉਹ ਕੈਸ਼ ਬੇਸਡ ਹੈ। ਜਿਹੜਾ ਚੈੱਕ ਹੁੰਦਾ ਉਹ ਬੈਂਕ ਕੰਸੀਡਰ ਕਰਦੀ ਅਕਰੂਅਲ ਬੇਸ, ਕਿਉਂਕਿ ਜਦੋਂ ਚੈੱਕ ਜਾਂਦਾ ਅਗਲੇ ਦਿਨ ਉਹ ਚੈੱਕ ਬੈਂਕ 'ਚ ਡਿਪੋਜ਼ਿਟ ਹੁੰਦਾ। ਕਈ ਕੰਪਨੀਆਂ 5 ਦਿਨ ਹੋਲਡ ਤੇ ਲਗਾਉਂਦੀਆਂ ਤਾਂ ਉਹ ਚੈੱਕ ਬਾਉਂਸ ਬੈਕ ਹੋਣ ਦੇ ਵੀ ਚਾਂਸਸ ਹੁੰਦੇ ਆ। ਸੈਕਿੰਡ ਚੀਜ਼, ਜਿਹੜੇ ਬਿਜ਼ਨਸ ਓਨਰਸ ਹੁੰਦੇ ਆ ਉਹਨਾਂ ਨੂੰ ਚੈੱਕ ਸਟੱਬ ਰਿਕਾਰਡ ਤੇ ਰੱਖਣੇ ਪੈਂਦੇ ਆ, ਜਾਂ ਬਿਲਕੁਲ, ਤਾਂ ਉਹ ਰਿਕਾਰਡ ਮੈਚ ਹੋਣਾ ਬਹੁਤ ਜ਼ਰੂਰੀ ਹੈ। ਬੈਂਕ ਸਟੇਟਮੈਂਟ ਲਈ ਇਹ ਸੇਮ ਲੌਜਿਕ ਨਹੀਂ ਕਾਊਂਟ ਹੁੰਦਾ, ਕਿਉਂਕਿ ਉਹ ਕੈਸ਼ ਬੇਸਡ ਹੈ, ਉਹ ਤਾਂ ਪੇਮੈਂਟ ਹੋਗੀ ਤਾਂ ਮਤਲਬ ਹੋਗੀ। ਬਸ ਇੰਨਾ ਰੀਜ਼ਨਿੰਗ ਹੈ ਇਹਦੀ ਵੀ ਚੈੱਕ ਅਲੱਗ ਰਿਕਾਰਡ ਕਰ ਸਕਦਾ। ਚਲੋ ਆਪਾਂ ਹੁਣ ਆਪਾਂ ਕੈਸ਼ ਤੋਂ ਵੀ ਐਂਟਰੀ ਪਾਣੀ ਸਿੱਖ ਲਈ, ਹੁਣ ਆਪਾਂ ਚੈੱਕ ਪਾਣੀ ਵੀ ਸਿੱਖ ਲਈ, ਔਰ ਉਹਨਾਂ ਦੋਨਾਂ ਦੇ ਬੈਨੀਫਿਟਸ ਵੀ ਦੇਖ ਲਏ ਕੀ ਹੈਗੇ ਅਲੱਗ-ਅਲੱਗ ਐਂਟਰੀਆਂ ਪਾਉਣ ਦੇ। ਬਿਲਕੁਲ, ਕਈ ਵਾਰੀ ਨਾ ਸਭ ਤੋਂ ਕਾਮਨ ਮਿਸਟੇਕ ਕੀ ਹੁੰਦੀ ਹੈ, ਮੰਨ ਲਓ ਆਪਾਂ ਦੁਬਾਰਾ ਪਰਚੇਜ਼ ਇਨਵॉइस ਖੋਲੀਏ, ਸਿਰਫ ਮੈਂ ਫੋਰ ਐਗਜ਼ਾਮਪਲ ਆ ਪਿਨ ਨਹੀਂ ਦੱਬਦਾ, ਠੀਕ ਹੈ ਜੀ। ਇਹ ਤੁਸੀਂ ਦੇਖਿਓ ਹੁਣ ਇਹ ਪਿਨ ਦੀ ਕਿੰਨੀ ਵੈਲਿਊ ਹੈ। ਮੈਂ ਸਿਰਫ ਇੱਥੇ ਕੈਸ਼ ਕਰ ਦਿੰਦਾ, ਕੋਈ ਵੀ ਇੱਥੇ ਇਨਵॉइस ਪਾ ਦਿੰਦਾ May 5 31 ਪਾਤੀ। ਦੁਬਾਰਾ ਮੈਂ ਬੈਂਕ ਸਟੇਟਮੈਂਟ ਹੀ ਵੈਂਡਰ ਚੂਜ਼ ਕਰ ਲਿਆ। ਆ ਦੇਖੋ ਜਦੋਂ ਮੈਂ ਵੈਂਡਰ ਚੂਜ਼ ਕੀਤਾ ਆਟੋਮੈਟਿਕਲੀ ਚਲੇ ਗਿਆ ਨਾ ਵਾਪਸ ਪੇ ਲੇਟਰ ਤੇ। ਜਦੋਂ ਹੁਣ ਤੁਸੀਂ ਆਹ ਮੰਨ ਲਓ $100 ਦੀ ਕੁਛ ਵੀ ਪਾਈ ਹੈ ਐਕਸਪੈਂਸ, ਹੁਣ ਜਦੋਂ ਬੰਦਾ ਇੱਥੇ ਐਂਟਰੀ ਪਾ ਰਿਹਾ ਨਾ, ਨਾਰਮਲੀ ਬੰਦਾ ਉੱਪਰ ਡਬਲ ਚੈੱਕ ਨਹੀਂ ਕਰੂਗਾ। ਇੱਥੇ ਮੈਂ ਇੱਥੇ ਸਾਰਾ ਆਪਣਾ ਚੈੱਕ ਕਰਕੇ ਐਂਟਰੀ ਪੋਸਟ ਕਰਕੇ ਮੈਂ ਕਹੂੰਗਾ ਠੀਕ ਹੈ ਜੀ ਮੇਰੀ ਇਨਵॉइस ਮੈਚ ਹੋ ਰਹੀ ਹੈ 100 ਨਾਲ 100, ਮੈਂ ਪੋਸਟ ਕਰ ਦੂੰਗਾ। ਹੁਣ ਉਹ ਪੇ ਲੇਟਰ 'ਚ ਪੋਸਟ ਹੋ ਗਈ। ਹੁਣ ਇਹਨੂੰ ਕਿੱਦਾਂ ਸਹੀ ਕਰਨਾ, ਇਹਦੇ ਲਈ ਸਿੰਪਲੀ ਆਪਾਂ ਜਾਣਾ ਹੈ ਰਿਪੋਰਟਸ, ਸੇਮ ਹੀ ਜਗ੍ਹਾ ਜਾਣਾ, ਆਪਾਂ ਹਰ ਵਾਰ ਸੇਮ ਜਗ੍ਹਾ ਜਾਵਾਂਗੇ। ਰਿਪੋਰਟਸ ਜਨਰਲ ਲੈਜਰ ਆਪਾਂ ਸਿਲੈਕਟ ਆਲ ਕਰਾਂਗੇ May 31 ਤੇ ਓਕੇ। ਹੁਣ ਉਹ ਯਾਦ ਰੱਖਿਓ ਆਪਣੀ $100 ਦੀ ਟ੍ਰਾਂਜੈਕਸ਼ਨ ਆ ਦੇਖੋ ਇੱਥੇ ਨਹੀਂ ਸ਼ੋ ਹੋ ਰਹੀ ਚੈਕਿੰਗ ਅਕਾਊਂਟ ਦੇ ਵਿੱਚ। ਉਹ ਪੇ ਲੈਟਰ ਦੇ ਵਿੱਚ ਆਪਾਂ ਐਂਟਰ ਕੀਤੀ ਸੀ, ਦੈਟਸ ਵਾਈ ਉਹ ਆਪਣੀ ਚਲੇ ਜਾਊਗੀ ਪੇਬਲਸ ਦੇ ਵਿੱਚ ਆ ਰਹੀ ਉਹ ਐਂਟਰੀ ਅਕਾਊਂਟ ਪੇਬਲ ਵਿੱਚ। ਤਾਂ ਇਹਨੂੰ ਹੁਣ ਜੇ ਆਪਾਂ ਸਹੀ ਕਰਨਾ, ਸਿੰਪਲੀ ਆਪਾਂ May 5 ਤੇ ਸੋਰਸ ਜਿਹੜਾ ਹੁੰਦਾ ਉਹਦੇ ਤੇ ਡਬਲ ਕਲਿੱਕ ਕਰਾਂਗੇ ਤੇ ਇਹਦੇ 'ਚ ਜਾ ਕੇ ਦੋ ਤਰੀਕੇ ਦੀ ਆਪਸ਼ਨ ਹੁੰਦੀ ਹੈ। ਇੱਕ ਤਾਂ ਐਡਿਟ ਤੇ ਜਾ ਕੇ ਆਪਾਂ ਐਡਿਟ ਕਰ ਸਕਦੇ ਹਾਂ ਇਹਨੂੰ,
ਨਹੀਂ ਤਾਂ ਆਹ ਜਿਹੜੀ ਆਪਸ਼ਨ ਦੇਖ ਰਹੇ ਹੋ ਤੁਸੀਂ ਐਡਜਸਟ ਦੀ, ਐਡਜਸਟ ਇਨਵੋਇਸ ਓਕੇ ਹਾਂਜੀ ਐਡਜਸਟ ਇਨਵੋਇਸ ਤੇ ਕਲਿੱਕ ਕਰੋ, ਇਹ ਐਡਜਸਟ ਕਰਨ ਦਊਗਾ। ਆਪਾਂ ਪੇ ਲੇਟਰ ਨੂੰ ਕੈਸ਼ ਤੇ ਕਲਿੱਕ ਕਰਕੇ ਇਹਨੂੰ ਪਿਨ ਕਰ ਦੇਣਾ ਤੇ ਇਹਨੂੰ ਪੋਸਟ ਕਰ ਦੇਣਾ। ਦੈਟਸ ਇਟ, ਇਹਨੂੰ ਮਿਨੀਮਾਈਜ਼ ਕਰੋ। ਆ ਦੇਖੋ ਹੁਣ ਆਹ ਜਿਹੜੀ ਹੈਗੀ ਹੈ ਅਕਾਊਂਟਸ ਪੇਬਲ ਤੋਂ ਰਿਮੂਵ ਹੋ ਗਈ ਹੈ। ਰਿਮੂਵ ਹੋ ਗਈ ਹੈ। ਜੇ ਆਪਾਂ ਉੱਪਰ ਜਾਈਏ ਆ ਆਪਣੀ ਅਪੀਅਰ ਹੋ ਗਈ ਤੇ ਆ ਦੇਖੋ ਆ ਕੈਸ਼ ਵੀ ਲਿਖਿਆ ਆ ਗਿਆ। ਜਿਹੜੀ ਆਪਣੀ ਐਂਟਰੀਜ਼ ਕੈਸ਼ ਦੀਆਂ ਉੱਥੇ ਕੈਸ਼ ਹੀ ਲਿਖਿਆ ਹੋਊਗਾ, ਜਿਹੜੇ ਐਂਟਰੀਜ਼ ਆਪਣੀ ਚੈੱਕ ਤੋਂ ਗਈਆਂ ਉਹਨਾਂ ਤੇ ਚੈੱਕ ਨੰਬਰ ਡਿਸਪਲੇ ਹੋਊਗਾ। ਇਹ ਬਹੁਤ ਜ਼ਰੂਰੀ ਸੀਗਾ, ਕਿਉਂਕਿ ਛੋਟੇ ਮੋਟੇ ਐਰਰਸ ਇਦਾਂ ਹੁੰਦੇ ਰਹਿੰਦੇ ਨੇ, ਕਿਉਂਕਿ ਸਟਾਰਟਿੰਗ 'ਚ ਤਾਂ ਪਿਨ ਕਰਨਾ ਹਜੇ ਹੱਥ ਇੰਨਾ ਬੈਠੇਗਾ ਨਹੀਂ, ਬਿਲਕੁਲ ਤੇ ਉਹ ਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈਗਾ। ਹਾਂਜੀ ਬਿਲਕੁਲ, ਇਹ ਬਹੁਤ ਕਾਮਨ ਮਿਸਟੇਕ ਹੈ। ਇਹ ਹਮੇਸ਼ਾ ਨਾਰਮਲੀ ਆਪਾਂ ਹਾਵਰ ਕਰਕੇ ਦੇਖ ਸਕਦੇ ਹਾਂ। ਤੁਸੀਂ ਫੋਰ ਐਗਜ਼ਾਮਪਲ ਲਗਾ ਲਓ 2100 ਹੈ ਰਾਈਟ, ਹੁਣ ਮੈਂ ਇਹ ਡਬਲ ਐਂਟਰੀ ਹੋ ਗਈ, ਮੈਂ ਇੱਕ ਚੈੱਕ 2 ਵਾਰੀ ਰਿਕਾਰਡ ਕਰਤਾ। ਹੁਣ ਮੰਨ ਲਓ ਮੈਂ ਸ਼ੇਰਵੇ ਵਿਲੀਅਮਸ ਦਾ ਰੱਖਣਾ ਚੈੱਕ, ਮੈਂ 176 ਨੰਬਰ ਡਿਲੀਟ ਕਰ, ਮੈਂ ਇਹਦੇ ਤੇ ਫਿਰ ਡਬਲ ਕਲਿੱਕ ਕਰੂੰਗਾ, ਇਹਨੂੰ ਵਾਰਨਿੰਗ ਨੂੰ ਕਲੋਜ਼ ਕਰ ਦੋ। ਆ ਜਿੱਥੇ ਐਡਜਸਟ ਦਾ ਸੀਗਾ ਨਾ, ਇਹਨੂੰ ਮੈਂ ਸਿੰਪਲੀ ਇਹਦੇ ਰਾਈਟ ਤੇ ਜਾ ਕੇ ਰਿਵਰਸ ਕਰ ਦੂੰਗਾ ਇਨਵੋਇਸ। ਇਹ ਰਿਵਰਸ ਵੀ ਹੁੰਦਾ, ਇਹ ਵੋਇਡ ਵੀ ਹੁੰਦਾ, ਸੇਮ ਚੀਜ਼ ਹੈ। ਇਹਦੇ ਤੇ ਕਲਿੱਕ ਕਰ ਦੋ, ਇੱਥੇ ਆ ਜਾਊਗਾ ਡੂ ਯੂ ਵਾਂਟ ਟੂ ਰਿਵਰਸ ਐਂਡ ਜਸਟ ਕਲਿੱਕ ਯੈਸ, ਐਂਡ ਬੇਸਿਕਲੀ ਆਪਣੀ ਉਹ ਐਂਟਰੀ ਕੈਂਸਲ ਹੋ ਗਈ। ਆ ਦੇਖੋ ਕਿਉਂਕਿ ਜੇ ਇਹ ਚੀਜ਼ਾਂ ਨਹੀਂ ਕਰੋਗੇ ਤੁਹਾਡਾ ਮੰਥ ਐਂਡ ਤੇ ਬੈਲੈਂਸ ਮੈਚ ਨਹੀਂ ਹੋਊਗਾ। ਰੈਕਟੀਫਿਕੇਸ਼ਨ ਸਿੱਖਣੀ ਵੀ ਬਹੁਤ ਜ਼ਰੂਰੀ ਹੈ ਨਾਲ ਨਾਲ। ਹਾਂਜੀ ਤੇ ਬਸ ਚੈੱਕ ਦਾ ਮੋਸਟਲੀ ਇੰਨਾ ਹੀ ਹੈ। ਇਹ ਕਾਫੀ ਸਿੰਪਲ ਹੈ, ਇਹਨੂੰ 2-3 ਵਾਰੀ 4-5 ਵਾਰੀ ਪ੍ਰੈਕਟਿਸ ਕਰੋਗੇ ਤੁਹਾਨੂੰ ਆ ਜਾਊਗਾ। ਹਮੇਸ਼ਾ 4 ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਚੈੱਕ ਐਂਟਰ ਕਰਦੇ ਹੋਏ। ਮੈਂ ਚੈੱਕ ਦੁਬਾਰਾ ਓਪਨ ਕਰਦਾ। ਜਦੋਂ ਚੈੱਕਸ ਹੈਂਡ ਰਿਟਨ ਹੁੰਦੇ ਆ, ਇੱਕ ਤਾਂ ਅਮਾਉਂਟ ਇੱਥੇ ਦੀ ਤੇ ਜਿਹੜੀ ਇੱਥੇ ਲਿਖੀ ਹੁੰਦੀ ਹੈ ਉਹ ਮੈਚ ਕਰਨੀ ਹੈ। ਵੈਸੇ ਤਾਂ ਇਹ ਬੈਂਕਸ ਕਰਕੇ ਦਿੰਦੀ ਹੈ ਹਮੇਸ਼ਾ, ਬਟ ਆਪਾਂ ਫਿਰ ਵੀ ਮੈਚ ਕਰਨੀ ਹੈ। ਇੱਕ ਉਹਦੀ ਡੇਟ, ਇੱਕ ਪੇ ਕਿਹਨੂੰ ਹੋਇਆ ਉਹ, ਤੇ ਇੱਕ ਚੈੱਕ ਨੰਬਰ। ਬਸ ਇਹ 4 ਚੀਜ਼ਾਂ ਦਾ ਆਪਾਂ ਧਿਆਨ ਰੱਖਣਾ, ਕਿਉਂਕਿ ਹਮੇਸ਼ਾ ਇਹ ਜਿਹੜੀ ਚੀਜ਼ਾਂ ਚੈੱਕ ਦਾ ਨੇਮ ਇਹ ਹਮੇਸ਼ਾ ਸੇਮ ਹੀ ਰਹੂਗਾ। ਬੈਂਕ ਅਕਾਊਂਟ ਦੇ ਵਿੱਚ ਆਪਾਂ ਨੂੰ ਉਹੀ ਚੈੱਕਸ ਡਿਸਪਲੇ ਹੋਣਗੇ ਜੋ ਆਪਣੇ ਅਕਾਊਂਟ ਤੋਂ ਲੈਜਿਟਲੀ ਗਏ ਹੈ। ਮੇਨ ਅਕਾਊਂਟਿੰਗ ਪਰਸਪੈਕਟਿਵ ਨਾਲ ਆਪਾਂ ਇਹੀ 4 ਚੀਜ਼ਾਂ ਚੈੱਕ ਕਰਨੀ। ਠੀਕ ਹੈ ਜੀ, ਇਸ ਤੋਂ ਇਲਾਵਾ ਜੇ ਕੋਈ ਹੋਰ ਡਾਊਟ ਹੈ ਤੁਸੀਂ ਹਮੇਸ਼ਾ ਕੁਐਸਚਨਸ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ ਤੇ ਆਈ ਆਨਸਰ। ਹਾਂ, ਹਰ ਇੱਕ ਦੇ ਆਪਣੇ ਆਪਣੇ ਉਹਨਾਂ ਦੇ ਪ੍ਰੋਬਲਮਸ ਹੋਣਗੇ, ਜਿੱਦਾਂ ਜਿੱਦਾਂ ਕਮੈਂਟਸ ਆਉਣਗੇ ਫਿਰ ਉਦੋਂ ਉਦਾਂ ਕਰਕੇ ਉਹਨਾਂ ਦੇ ਪ੍ਰੋਬਲਮਸ ਦਾ ਹੱਲ ਨਿਕਲ ਸਕਦਾ ਹੈ ਨੈਕਸਟ ਵੀਡੀਓਜ਼ ਦੇ ਅੰਦਰ। ਹਾਂਜੀ ਬਿਲਕੁਲ, ਇਹ ਬਹੁਤ ਹੀ ਸਿੰਪਲ ਤੇ ਕੁਇਕ ਮੈਥਡ ਹੈ ਕਰਨ ਦਾ, ਚੈੱਕ ਐਂਟਰ ਕਰਨ ਦਾ। ਜੇ ਤੁਸੀਂ ਹੋਰ ਡਿਟੇਲਡ ਪ੍ਰੋਪਰ ਕਾਰਪੋਰੇਟ ਵੇ ਨਾਲ ਸਿੱਖਣਾ, ਮੈਂ ਉਹਦੀ ਵੀ ਵੀਡੀਓਜ਼ ਬੜੀ ਜਲਦੀ ਲੈ ਕੇ ਆਊਂਗਾ ਤੇ ਤੁਸੀਂ ਉਹ ਵਾਲੀ ਦੇਖ ਸਕਦੇ ਹੋ। ਠੀਕ ਹੈ ਜੀ, ਇਸ ਲਈ ਨਹੀਂ ਤੁਸੀਂ ਨਿਊ ਟੌਪਿਕ ਦੇ ਨਾਲ ਆਪਾਂ ਆਵਾਂਗੇ ਨੈਕਸਟ ਵੀਡੀਓ ਦੇ ਵਿੱਚ।